ਸਤਿ ਸ਼੍ਰੀ ਅਕਾਲ ਜੀ। ਮਾਈ ਸੈਲਫ ਸਟੱਡੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਆਪਾਂ ਕਰ ਰਹੇ ਸੀ ਪੰਜਾਬੀ ਵਿਆਕਰਨ ਅਤੇ ਪੰਜਾਬੀ ਵਿਆਕਰਨ ਵਿੱਚ ਆਪਾਂ ਕਰ ਰਹੇ ਹਾਂ ਧੁਨੀ ਬੋਧ, ਜਿਸ ਨੂੰ ਵਰਨ ਬੋਧ ਜਾਂ ਅੱਖਰ ਬੋਧ ਵੀ ਕਿਹਾ ਜਾਂਦਾ ਹੈ। ਇਸ ਵੀਡੀਓ ਵਿੱਚ ਆਪਾਂ ਕਰਾਂਗੇ ਧੁਨੀਆਂ ਦਾ ਵਰਗੀਕਰਨ, ਭਾਵ ਖੰਡੀ ਧੁਨੀਆਂ ਅਤੇ ਅਖੰਡੀ ਧੁਨੀਆਂ। ਖੰਡੀ ਧੁਨੀਆਂ ਦੇ ਵਿੱਚ ਵਿਅੰਜਨ ਧੁਨੀਆਂ, ਉਹਨਾਂ ਦਾ ਉਚਾਰਨ ਸਥਾਨ ਅਤੇ ਉਚਾਰਨ ਢੰਗ ਦੇ ਆਧਾਰ 'ਤੇ ਵਰਗੀਕਰਨ, ਅਤੇ ਫਿਰ ਜਾਣਾਂਗੇ ਸੰਘੋਸ਼, ਅਘੋਸ਼, ਮਹਾਪ੍ਰਾਣ ਅਤੇ ਅਲਪ ਪ੍ਰਾਣ ਬਾਰੇ। ਸੋ ਚਲੋ ਸ਼ੁਰੂ ਕਰਦੇ ਹਾਂ। ਧੁਨੀਆਂ ਦਾ ਵਰਗੀਕਰਨ। ਤਾਂ ਧੁਨੀਆਂ ਨੂੰ ਦੋ ਭਾਗਾਂ ਖੰਡੀ ਧੁਨੀਆਂ ਅਤੇ ਅਖੰਡੀ ਧੁਨੀਆਂ ਦੇ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਖੰਡੀ ਧੁਨੀਆਂ। ਖੰਡੀ ਧੁਨੀਆਂ ਉਹ ਧੁਨੀਆਂ ਜਿਨ੍ਹਾਂ ਨੂੰ ਖੰਡਾਂ ਵਿੱਚ ਵੰਡਿਆ ਜਾ ਸਕੇ। ਇਸ ਦੇ ਨਾਮ ਤੋਂ ਹੀ ਕਲੀਅਰ ਹੈ, ਜਿਨ੍ਹਾਂ ਨੂੰ ਖੰਡਾਂ ਵਿੱਚ ਵੰਡਿਆ ਜਾ ਸਕੇ। ਉਦਾਹਰਨ ਵਜੋਂ ਸਾਡੇ ਕੋਲ ਸ਼ਬਦ ਹੈ ਕਾਲ। ਵੱਖ-ਵੱਖ ਧੁਨੀਆਂ ਤੋਂ ਮਿਲ ਕੇ ਬਣਿਆ ਹੈ ਇਹ ਸ਼ਬਦ। ਇਹਨਾਂ ਧੁਨੀਆਂ ਨੂੰ ਅਸੀਂ ਕ, ਆ ਅਤੇ ਲ ਤਿੰਨ ਖੰਡਾਂ ਵਿੱਚ ਵੰਡ ਸਕਦੇ ਹਾਂ। ਸੋ ਉਹ ਧੁਨੀਆਂ ਜਿਨ੍ਹਾਂ ਨੂੰ ਖੰਡਾਂ ਵਿੱਚ ਵੰਡਿਆ ਜਾ ਸਕੇ ਕੀ ਹਨ? ਖੰਡੀ ਧੁਨੀਆਂ। ਸਾਡੇ ਕੋਲ ਸਵਰ ਅਤੇ ਵਿਅੰਜਨ ਖੰਡੀ ਧੁਨੀਆਂ ਹਨ। ਸਵਰ ਸਾਨੂੰ ਪਤਾ ਹੈ ਊੜਾ, ਐੜਾ ਅਤੇ ਈੜੀ 3 ਅੱਖਰ ਸਵਰ ਹਨ, ਅਤੇ ਵਿਅੰਜਨ ਅੱਖਰ ਸੱਸਾ ਤੋਂ ਲੈ ਕੇ ਡਾੜਾ ਤੱਕ 32 ਅੱਖਰ ਵਿਅੰਜਨ ਅੱਖਰ ਹਨ। ਊੜਾ, ਐੜਾ ਅਤੇ ਈੜੀ ਨੂੰ ਵਿੱਚ ਪਾ ਕੇ ਡਾੜਾ ਤੱਕ 35 ਅੱਖਰ ਬਣਦੇ ਹਨ, ਜਿਸ ਨੂੰ ਪਹਿਲਾਂ 35 ਅੱਖਰੀ ਵੀ ਕਿਹਾ ਜਾਂਦਾ ਸੀ। ਪਰ 3 ਸਵਰ ਅੱਖਰ ਕੱਢ ਦੇਣ 'ਤੇ ਸਾਡੇ ਕੋਲ 32 ਵਿਅੰਜਨ ਅੱਖਰ ਹਨ, ਅਤੇ ਨਵੇਂ ਫਾਰਸੀ ਅੱਖਰਾਂ ਸੱਸੇ ਪੈਰ ਬਿੰਦੀ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ 6 ਅੱਖਰਾਂ ਨੂੰ ਜੋੜਨ 'ਤੇ ਸਾਡੇ ਕੋਲ 38 ਵਿਅੰਜਨ ਅੱਖਰ ਹਨ, ਜਿਨ੍ਹਾਂ ਨੂੰ ਵਿਅੰਜਨ ਧੁਨੀਆਂ ਵੀ ਕਿਹਾ ਜਾਂਦਾ ਹੈ। ਸਭ ਨੂੰ ਮਿਲਾ ਕੇ ਹੁਣ ਜਿਹੜੀ ਸਾਡੇ ਕੋਲ ਵਰਨਮਾਲਾ ਹੈ, ਉਸ ਨੂੰ ਅਸੀਂ ਆਧੁਨਿਕ ਵਰਨਮਾਲਾ ਵੀ ਕਹਿੰਦੇ ਹਾਂ। ਅੱਗੇ ਕਰਦੇ ਹਾਂ ਵਿਅੰਜਨ ਧੁਨੀਆਂ। ਤੇ ਵਿਅੰਜਨ ਧੁਨੀਆਂ ਨੂੰ ਉਹਨਾਂ ਦੇ ਉਚਾਰਨ ਸਥਾਨ ਅਤੇ ਉਚਾਰਨ ਢੰਗ ਦੇ ਆਧਾਰ 'ਤੇ ਫਿਰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲਾਂ ਕਰਦੇ ਹਾਂ ਉਚਾਰਨ ਸਥਾਨ ਦੇ ਆਧਾਰ 'ਤੇ। ਪੰਜਾਬੀ ਵਰਨਮਾਲਾ ਦੀ ਵੀਡੀਓ ਵਿੱਚ ਅਸੀਂ ਦੇਖਿਆ ਕਿ ਵਰਨਮਾਲਾ ਨੂੰ 8 ਵਰਗਾਂ ਦੇ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲੀ ਸਤਰ ਨੂੰ ਊੜਾ ਤੋਂ ਲੈ ਕੇ ਹਾਹਾ ਤੱਕ ਮੁੱਖ ਵਰਗ ਕਿਹਾ ਜਾਂਦਾ ਹੈ। ਫਿਰ ਕੱਕਾ ਤੋਂ ਲੈ ਕੇ ਗੰਗਾ ਤੱਕ ਕੱਕਾ ਵਰਗ ਹੈ। ਚਿੱਚਾ, ਛਿੱਛਾ, ਜਿੱਜਾ, ਝਿੱਜਾ ਅਤੇ ਨੀਆਂ ਨੂੰ ਚਿੱਚਾ ਵਰਗ ਵਿੱਚ ਰੱਖਿਆ ਗਿਆ ਹੈ। ਇਸੇ ਤਰ੍ਹਾਂ ਟੈਂਕੀ ਤੋਂ ਲੈ ਕੇ ਨਾਣਾ ਤੱਕ ਟੈਂਕਾ ਵਰਗ ਹੈ। ਤੱਤੇ ਤੋਂ ਲੈ ਕੇ ਨੰਨੇ ਤੱਕ ਤੱਤਾ ਵਰਗ ਹੈ। ਫਿਰ ਪੱਪਾ, ਫੱਫਾ, ਬੱਬਾ, ਭੱਬਾ ਅਤੇ ਮੰਮਾ ਧੁਨੀਆਂ ਨੂੰ ਪੱਪਾ ਵਰਗ ਵਿੱਚ ਰੱਖਿਆ ਗਿਆ ਹੈ। ਅੰਤਿਮ ਵਰਗ ਦੇ ਵਿੱਚ ਯਈਆ, ਰਾਰਾ, ਲੱਲਾ, ਵੱਵਾ ਅਤੇ ਡਾੜਾ ਧੁਨੀਆਂ ਆਉਂਦੀਆਂ ਹਨ। ਉਸ ਤੋਂ ਬਾਅਦ ਨਵੇਂ 6 ਫਾਰਸੀ ਅੱਖਰਾਂ ਨੂੰ ਨਵੀਨ ਵਰਗ ਵਿੱਚ ਰੱਖਿਆ ਗਿਆ ਹੈ, ਪਰ ਇਹਨਾਂ ਦੇ ਉਚਾਰਨ ਸਥਾਨ ਦੇ ਆਧਾਰ 'ਤੇ ਕੰਠੀ ਧੁਨੀਆਂ, ਤਾਲਵੀ ਧੁਨੀਆਂ, ਉਲਟ ਜੀਬੀ ਧੁਨੀਆਂ, ਦੰਤੀ ਧੁਨੀਆਂ ਅਤੇ ਹੋਠੀ ਧੁਨੀਆਂ ਦੇ ਵਿੱਚ ਇਹਨਾਂ ਨੂੰ ਵੰਡਿਆ ਗਿਆ ਹੈ। ਸਭ ਤੋਂ ਪਹਿਲਾਂ ਕੰਠੀ ਧੁਨੀਆਂ। ਉਹ ਧੁਨੀਆਂ ਜਿਨ੍ਹਾਂ ਦੇ ਉਚਾਰਨ ਸਮੇਂ ਆਵਾਜ਼ ਕੰਠ ਵਿੱਚੋਂ ਹੋ ਕੇ ਆਵੇ ਜਾਂ ਜ਼ਿਆਦਾ ਕੰਠ 'ਤੇ ਜ਼ੋਰ ਪੈਂਦਾ ਹੈ, ਉਹਨਾਂ ਨੂੰ ਕੰਠੀ ਧੁਨੀਆਂ ਕਿਹਾ ਜਾਂਦਾ ਹੈ। ਸਾਡੇ ਕੋਲ ਕੱਕਾ, ਖੱਖਾ, ਗੱਗਾ, ਘੱਗਾ ਅਤੇ ngੰਗਾ ਕੰਠੀ ਧੁਨੀਆਂ ਹਨ। ਉਸ ਤੋਂ ਬਾਅਦ ਹੈ ਜੀ ਤਾਲਵੀ ਧੁਨੀਆਂ। ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਤਾਲੂ ਨਾਲ ਟੱਚ ਕਰਦੀ ਹੈ, ਉਹਨਾਂ ਨੂੰ ਤਾਲਵੀ ਧੁਨੀਆਂ ਕਿਹਾ ਜਾਂਦਾ ਹੈ। ਜਿਵੇਂ ਚਿੱਚਾ, ਛਿੱਛਾ, ਜਿੱਜਾ, ਝਿੱਜਾ ਅਤੇ ਨੀਆਂ ਨੂੰ ਤਾਲਵੀ ਧੁਨੀਆਂ ਕਿਹਾ ਗਿਆ ਹੈ। ਇਸੇ ਤਰ੍ਹਾਂ ਅੱਗੇ ਹੈ ਸਾਡੇ ਕੋਲ ਉਲਟ ਜੀਬੀ। ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਮੂੰਹ ਦੇ ਵਿੱਚ ਉਲਟ ਹੁੰਦੀ ਹੈ, ਉਸ ਨੂੰ ਉਲਟ ਜੀਬੀ ਧੁਨੀਆਂ ਕਿਹਾ ਜਾਂਦਾ ਹੈ। ਟੈਂਕਾ, ਠੱਠਾ,
ਡੱਡਾ, ਢੱਡਾ ਅਤੇ ਨਾਣਾ ਸਾਡੇ ਕੋਲ ਉਲਟ ਜੀਬੀ ਧੁਨੀਆਂ ਹਨ। ਉਸ ਤੋਂ ਅੱਗੇ ਹੈ ਦੰਤੀ ਧੁਨੀਆਂ। ਦੰਤ ਦਾ ਭਾਵ ਹੈ ਦੰਦ। ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦੰਦਾਂ ਦੇ ਨਾਲ ਟੱਚ ਕਰਦੀ ਹੈ ਉਹਨਾਂ ਨੂੰ ਦੰਤੀ ਧੁਨੀਆਂ ਜਾਂ ਦੰਤਬੂਟੀ ਧੁਨੀਆਂ ਕਿਹਾ ਗਿਆ ਹੈ। ਸਾਡੇ ਕੋਲ ਤੱਤਾ, ਥੱਥਾ, ਦੱਦਾ, ਧੱਦਾ ਅਤੇ ਨੰਨਾ ਦੰਤੀ ਧੁਨੀਆਂ ਹਨ। ਉਸ ਤੋਂ ਅੱਗੇ ਹੈ ਦੋ ਹੋਠੀ ਜਾਂ ਹੋਠੀ ਧੁਨੀਆਂ। ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਹੋਂਠ ਹਰਕਤ ਵਿੱਚ ਆਉਂਦੇ ਹਨ ਉਹ ਕੀ ਹਨ ਸਾਡੇ ਕੋਲ? ਹੋਂਠੀ ਜਾਂ ਦੋ ਹੋਠੀ ਧੁਨੀਆਂ। ਉਚਾਰਨ ਕਰਕੇ ਅਸੀਂ ਵੇਖ ਸਕਦੇ ਹਾਂ ਪੱਪਾ, ਫੱਫਾ, ਬੱਬਾ, ਭੱਬਾ ਅਤੇ ਮੰਮਾ ਅੱਖਰ ਸਾਡੇ ਕੋਲ ਹੋਂਠੀ ਧੁਨੀਆਂ ਹਨ ਜਿਨ੍ਹਾਂ ਨੂੰ ਦੋ ਹੋਠੀ ਵੀ ਕਿਹਾ ਜਾਂਦਾ ਹੈ। ਉਚਾਰਨ ਸਥਾਨ ਦੇ ਆਧਾਰ 'ਤੇ ਕੁਝ ਹੋਰ ਵੀ ਅੱਖਰ ਹਨ ਸਾਡੇ ਕੋਲ ਜਿਨ੍ਹਾਂ ਦੇ ਵਿੱਚੋਂ ਯਈਆ ਅਤੇ ਵੱਵਾ ਨੂੰ ਅਰਧ ਸਵਰ ਜਾਂ ਅਰਧ ਸਵਰ ਵਿਅੰਜਨ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਕੋਲ ਹੈ ਰਾਰਾ ਅੱਖਰ ਜਿਸ ਨੂੰ ਕਾਂਬਵਾ ਅੱਖਰ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਡਾੜਾ ਅੱਖਰ ਹੈ ਸਾਡੇ ਕੋਲ ਜਿਸ ਨੂੰ ਲਟਕਵਾਂ ਜਾਂ ਫੜਕਵਾਂ ਅੱਖਰ ਕਿਹਾ ਜਾਂਦਾ ਹੈ। ਲੱਲਾ ਅਤੇ ਲੱਲਾ ਪੈਰ ਬਿੰਦੀ ਅੱਖਰ ਨੂੰ ਪਾਰਸ਼ਵਿਕ ਜਾਂ ਪਾਸੇਦਾਰ ਧੁਨੀਆਂ ਵਿੱਚ ਰੱਖਿਆ ਗਿਆ ਹੈ। ਇਸੇ ਤਰ੍ਹਾਂ ਖੱਖੇ ਪੈਰ ਬਿੰਦੀ ਅਤੇ ਗੱਗੇ ਪੈਰ ਬਿੰਦੀ ਨੂੰ ਵੀ ਕੰਠੀ ਧੁਨੀਆਂ ਕਿਹਾ ਜਾਂਦਾ ਹੈ। ਸੱਸੇ ਪੈਰ ਬਿੰਦੀ, ਜਿੱਜੇ ਪੈਰ ਬਿੰਦੀ ਅਤੇ ਯਈਆ ਅੱਖਰ ਤਾਲਵੀ ਧੁਨੀਆਂ ਦੇ ਵਿੱਚ ਵੀ ਆਉਂਦਾ ਹੈ। ਉਸ ਤੋਂ ਬਾਅਦ ਲੱਲਾ, ਸੱਸਾ ਅਤੇ ਰਾਰਾ ਇਹ ਤਿੰਨ ਅੱਖਰ ਦੰਤੀ ਵੀ ਅਖਵਾਉਂਦੇ ਹਨ ਕਿਉਂਕਿ ਇਹਨਾਂ ਦੇ ਉਚਾਰਨ ਸਮੇਂ ਵੀ ਜੀਭ ਦੰਦਾਂ ਦੇ ਨਾਲ ਟੱਚ ਕਰਦੀ ਹੈ। ਇਸੇ ਤਰ੍ਹਾਂ ਸਾਡੇ ਕੋਲ ਹੋਂਠੀ ਦੇ ਵਿੱਚ ਹੋਰ ਦੋ ਅੱਖਰ ਹਨ ਵੱਵਾ ਅਤੇ ਫੱਫੇ ਪੈਰ ਬਿੰਦੀ। ਉਸ ਤੋਂ ਬਾਅਦ ਡਾੜਾ ਅੱਖਰ ਨੂੰ ਲਟਕਵਾਂ ਜਾਂ ਫਟਕਵਾਂ ਦੇ ਨਾਲ ਉਲਟ ਜੀਬੀ ਵੀ ਕਿਹਾ ਜਾਂਦਾ ਹੈ। ਹਾਹਾ ਸਾਡੇ ਕੋਲ ਸਵਰ ਜਾਂ ਸੁਰ ਯੰਤਰ ਹੈ। ਠੀਕ ਹੈ ਜੀ। ਹੁਣ ਕਰਦੇ ਹਾਂ ਅੱਗੇ ਉਚਾਰਨ ਢੰਗ ਦੇ ਆਧਾਰ 'ਤੇ ਵਿਅੰਜਨਾਂ ਦੀਆਂ ਕਿਸਮਾਂ। ਉਚਾਰਨ ਢੰਗ ਦੇ ਆਧਾਰ 'ਤੇ ਸਾਡੇ ਕੋਲ ਡਕਵੇਂ ਜਾਂ ਅਡਕਵੇਂ ਵਿਅੰਜਨ ਹਨ। ਪਹਿਲਾਂ ਦੇਖਦੇ ਹਾਂ ਡਕਵੇਂ ਵਿਅੰਜਨ। ਉਹ ਵਿਅੰਜਨ ਜਿਨ੍ਹਾਂ ਦੇ ਉਚਾਰਨ ਸਮੇਂ ਹਵਾ ਮੂੰਹ ਵਿੱਚੋਂ ਇੱਕਦਮ ਰੁਕ ਕੇ ਫਿਰ ਧੱਕੇ ਨਾਲ ਬਾਹਰ ਆਵੇ ਉਹਨਾਂ ਨੂੰ ਡਕਵੇਂ ਵਿਅੰਜਨ ਕਿਹਾ ਜਾਂਦਾ ਹੈ। ਡਕਵੇਂ ਵਿਅੰਜਨਾਂ ਨੂੰ ਅਸੀਂ ਸਗੋਸ਼, ਅਗੋਸ਼, ਮਹਾਪ੍ਰਾਣ ਅਤੇ ਅਲਪ ਪ੍ਰਾਣ ਵਿੱਚ ਫਿਰ ਅੱਗੇ ਵੰਡਿਆ ਹੋਇਆ ਹੈ। ਸੋ ਦੇਖਦੇ ਹਾਂ ਸਗੋਸ਼ ਡਕਵੇਂ ਵਿਅੰਜਨ। ਇਹਨਾਂ ਨੂੰ ਨਾਦੀ ਵੀ ਕਿਹਾ ਜਾਂਦਾ ਹੈ। ਕੀ ਹੁੰਦਾ ਹੈ ਕਿ ਉਚਾਰਨ ਸਮੇਂ ਸੁਰ ਤੰਤਰੀਆਂ ਇੱਕ ਦੂਜੇ ਦੇ ਨੇੜੋਂ ਲੰਘਦੀਆਂ ਹਨ ਤਾਂ ਉਹਨਾਂ ਵਿੱਚ ਕੰਬਵੀਂ ਪੈਦਾ ਹੁੰਦੀ ਹੈ। ਕੱਕਾ ਵਰਗ ਤੋਂ ਲੈ ਕੇ ਪੱਪਾ ਵਰਗ ਤੱਕ ਹਰੇਕ ਤੀਜਾ ਅੱਖਰ ਸੰਘੋਸ਼ ਡਕਵੇਂ ਵਿਅੰਜਨ ਹਨ। ਤੀਜਾ ਅੱਖਰ ਕਿਹੜਾ ਹੈ ਸਾਡੇ ਕੋਲ? ਗੱਗਾ, ਜਿੱਜਾ, ਡੱਡਾ, ਦੱਦਾ ਅਤੇ ਬੱਬਾ। ਪੰਜ ਅੱਖਰ ਸਾਡੇ ਕੋਲ ਸਗੋਸ਼ ਡਕਵੇਂ ਵਿਅੰਜਨ ਹਨ। ਠੀਕ ਹੈ ਜੀ। ਉਸ ਤੋਂ ਬਾਅਦ ਕਰਦੇ ਹਾਂ ਅਗੋਸ਼ ਡਕਵੇਂ ਵਿਅੰਜਨ। ਇਹਨਾਂ ਨੂੰ ਨਾਦ ਰਹਿਤ ਕਿਹਾ ਜਾਂਦਾ ਹੈ। ਉਚਾਰਨ ਸਮੇਂ ਸੁਰ ਤੰਤਰਾਂ ਵਿੱਚੋਂ ਹਵਾ ਬਿਨਾਂ ਕਿਸੇ ਰੁਕਾਵਟ ਬਾਹਰ ਆਉਂਦੀ ਹੈ ਤੇ ਕੰਬਣੀ ਪੈਦਾ ਨਹੀਂ ਹੁੰਦੀ। ਪਿੱਛੇ ਆਪਾਂ ਕੀ ਕੀਤਾ ਸੀ? ਇਹਨਾਂ ਦੇ ਉਚਾਰਨ ਸਮੇਂ ਕੰਬਵੀਂ ਪੈਦਾ ਹੁੰਦੀ ਹੈ ਪਰ ਅਗੋਸ਼ ਡਕਵੇਂ ਵਿਅੰਜਨਾਂ ਦੇ ਉਚਾਰਨ ਸਮੇਂ ਕੰਬਣੀ ਪੈਦਾ ਨਹੀਂ ਹੁੰਦੀ ਅਤੇ ਹਵਾ ਸੁਰ ਤੰਤਰਾਂ ਵਿੱਚੋਂ ਬਿਨਾਂ ਕਿਸੇ ਰੁਕਾਵਟ ਦੇ ਬਾਹਰ ਆਉਂਦੀ ਹੈ। ਕੱਕਾ ਵਰਗ ਤੋਂ ਲੈ ਕੇ ਪੱਪਾ ਵਰਗ ਤੱਕ ਪਹਿਲੇ ਦੋ ਅੱਖਰ ਅਗੋਸ਼ ਡਕਵੇਂ ਵਿਅੰਜਨ ਹਨ। ਕੱਕਾ ਵਰਗ ਤੋਂ ਲੈ ਕੇ ਪੱਪਾ ਵਰਗ ਤੱਕ ਕੱਕਾ ਖੱਖਾ, ਚਿੱਚਾ ਛਿੱਛਾ, ਟੈਂਕਾ ਠੱਠਾ, ਤੱਤਾ ਥੱਥਾ ਅਤੇ ਪੱਪਾ ਫੱਫਾ ਸਾਡੇ ਕੋਲ ਅਗੋਸ਼ ਡਕਵੇਂ ਵਿਅੰਜਨ ਹਨ। ਇਹਨਾਂ ਦੀ ਗਿਣਤੀ ਸਾਡੇ ਕੋਲ 10 ਹੈ।
ਅੱਗੇ ਕਰਦੇ ਹਾਂ ਮਹਾਪ੍ਰਾਣ। ਇਹਨਾਂ ਦੇ ਉਚਾਰਨ ਸਮੇਂ ਹਵਾ ਅਧਿਕ ਫਰਾਟੇ ਵਾਂਗ ਬਾਹਰ ਆਉਂਦੀ ਹੈ, ਭਾਵ ਤੇਜ਼ੀ ਨਾਲ ਬਾਹਰ ਆਉਂਦੀ ਹੈ। ਕੱਕਾ ਵਰਗ ਤੋਂ ਲੈ ਕੇ ਪੱਪਾ ਵਰਗ ਤੱਕ ਹਰੇਕ ਵਰਗ ਦਾ ਦੂਜਾ ਅੱਖਰ, ਹਰੇਕ ਵਰਗ ਦਾ ਦੂਜਾ ਅੱਖਰ ਕਿਹੜਾ ਹੈ? ਖੱਖਾ। ਕੱਕਾ ਵਰਗ ਦਾ ਅੱਖਰ ਖੱਖਾ। ਚਿੱਚਾ ਵਰਗ ਦਾ ਦੂਜਾ ਅੱਖਰ ਹੈ ਸ਼ੀਸ਼ਾ। ਠੈਂਕਾ ਵਰਗ ਦਾ ਦੂਜਾ ਅੱਖਰ ਹੈ ਠੱਠਾ। ਤੱਤਾ ਵਰਗ ਦਾ ਦੂਜਾ ਅੱਖਰ ਹੈ ਥੱਥਾ ਤੇ ਪੱਪਾ ਵਰਗ ਦਾ ਦੂਜਾ ਅੱਖਰ ਹੈ ਫੱਫਾ। ਇਹ 5 ਅੱਖਰ ਸਾਡੇ ਕੋਲ ਮਹਾਪ੍ਰਾਣ ਢੁਕਵੇਂ ਵਿਅੰਜਨ ਹਨ। ਉਸ ਤੋਂ ਅੱਗੇ ਕਰਦੇ ਹਾਂ ਅਲਪ ਪ੍ਰਾਣ ਢੁਕਵੇਂ ਵਿਅੰਜਨ। ਅਲਪ ਪ੍ਰਾਣ ਢੁਕਵੇਂ ਵਿਅੰਜਨਾਂ ਦੇ ਉਚਾਰਨ ਸਮੇਂ ਹਵਾ ਘੱਟ ਬਾਹਰ ਆਉਂਦੀ ਹੈ। ਹਰੇਕ ਵਰਗ ਦਾ ਪਹਿਲਾ ਅਤੇ ਤੀਜਾ ਅੱਖਰ ਸਾਡੇ ਕੋਲ ਅਲਪ ਪ੍ਰਾਣ ਢੁਕਵੇਂ ਵਿਅੰਜਨ ਹਨ। ਪਹਿਲਾ ਅਤੇ ਤੀਜਾ ਅੱਖਰ ਕਿਹੜਾ ਹੈ? ਪਹਿਲਾ ਅੱਖਰ ਕੱਕਾ ਤੇ ਗੱਗਾ, ਚਿੱਚਾ ਤੇ ਜਿੱਜਾ। ਉਸ ਤੋਂ ਬਾਅਦ ਟੈਂਕਾ ਅਤੇ ਡੱਡਾ, ਤੱਤਾ, ਦੱਦਾ। ਪੱਪਾ ਵਰਗ ਦੇ ਪੱਪਾ ਅਤੇ ਬੱਬਾ ਅੱਖਰ ਨੂੰ ਅਲਪ ਪ੍ਰਾਣ ਢੁਕਵੇਂ ਵਿਅੰਜਨ ਕਿਹਾ ਜਾਂਦਾ ਹੈ। ਇਸ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਢੁਕਵੇਂ ਵਿਅੰਜਨਾਂ ਦੇ ਵਿੱਚ ਕੱਕਾ ਵਰਗ ਤੋਂ ਲੈ ਕੇ ਪੱਪਾ ਵਰਗ ਤੱਕ ਇਹਨਾਂ 5 ਵਰਗਾਂ ਦੀ ਹੀ ਗੱਲ ਕੀਤੀ ਗਈ ਹੈ। ਠੀਕ ਹੈ ਜੀ। ਸੋ ਉਸ ਤੋਂ ਅੱਗੇ ਕਰਦੇ ਹਾਂ ਅਢੁਕਵੇਂ ਵਿਅੰਜਨ। ਅਢੁਕਵੇਂ ਵਿਅੰਜਨਾਂ ਨੂੰ ਨਾਸਕੀ ਵਿਅੰਜਨ, ਪਾਰਸ਼ਵਿਕ ਵਿਅੰਜਨ, ਕਾਂਪਵਾਂ ਵਿਅੰਜਨ, ਸੰਘਰਸ਼ੀ ਵਿਅੰਜਨ, ਲਟਕਵਾਂ ਵਿਅੰਜਨ ਅਤੇ ਅਰਧ ਸਵਰ ਵਿਅੰਜਨ ਵਿੱਚ ਰੱਖਿਆ ਗਿਆ ਹੈ। ਸੋ ਦੇਖਦੇ ਹਾਂ ਸਭ ਤੋਂ ਪਹਿਲਾਂ ਨਾਸਕੀ ਵਿਅੰਜਨ। ਨਾਸਕੀ ਵਿਅੰਜਨ ਦੇ ਵਿੱਚ ਕੀ ਹੈ? ਮੂੰਹ ਪੋਲ ਤੇ ਕੋਮਲ ਤਾਲੂ ਬੰਦ ਹੁੰਦੇ ਹਨ ਅਤੇ ਹਵਾ ਨੱਕ ਰਾਹੀਂ ਬਾਹਰ ਨਿਕਲਦੀ ਹੈ। ਵੈਸੇ ਵੀ ਸਾਨੂੰ ਪਤਾ ਹੈ ਨਾਸਕੀ ਵਿਅੰਜਨ ਉਹੀ ਹੁੰਦੇ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਹਵਾ ਨੱਕ ਰਾਹੀਂ ਬਾਹਰ ਆਵੇ। ਸਾਡੇ ਕੋਲ ઞ, ઞ, ਣ, ਨ ਅਤੇ ਮ ਅੱਖਰ ਨੂੰ ਨਾਸਕੀ ਵਿਅੰਜਨ ਕਿਹਾ ਜਾਂਦਾ ਹੈ। ਉਸ ਤੋਂ ਅੱਗੇ ਹੈ ਪਾਰਸ਼ਵਿਕ। ਇਸ ਦੇ ਵਿੱਚ ਜੀਭ ਦੀ ਨੋਕ ਤਾਲੂ ਨਾਲ ਲੱਗਦੀ ਹੈ ਅਤੇ ਹਵਾ ਪਾਸਿਓਂ ਦੀ ਬਾਹਰ ਆਉਂਦੀ ਹੈ। ਕਿਹੜੇ ਕਿਹੜੇ ਅੱਖਰ ਹਨ ਸਾਡੇ ਕੋਲ? ਲੱਲਾ ਅਤੇ ਲੱਲਾ ਪੈਰ ਬਿੰਦੀ ਅੱਖਰ ਦੇ ਉਚਾਰਨ ਸਮੇਂ ਜੀਭ ਦੀ ਨੋਕ ਤਾਲੂ ਨਾਲ ਲੱਗਦੀ ਹੈ ਅਤੇ ਹਵਾ ਪਾਸਿਓਂ ਦੀ ਬਾਹਰ ਆਉਂਦੀ ਹੈ। ਹਾਂਜੀ। ਉਸ ਤੋਂ ਬਾਅਦ ਤੀਸਰਾ ਹੈ ਕਾਂਪਵਾਂ ਅੱਖਰ। ਜੀਭ ਦੀ ਨੋਕ ਦੰਦਾਂ ਨੂੰ ਝਟਾਝਟ 2-3 ਵਾਰ ਛੂੰਹਦੀ ਹੈ। ਕਿਹੜਾ ਅੱਖਰ ਹੈ ਸਾਡੇ ਕੋਲ ਜਿਸ ਦੇ ਉਚਾਰਨ ਸਮੇਂ ਜੀਭ ਦੀ ਨੋਕ ਦੰਦਾਂ ਨੂੰ ਜਲਦੀ ਜਲਦੀ 2-3 ਵਾਰ ਛੂਹ ਲੈਂਦੀ ਹੈ? ਤਾਂ ਹੈ ਰਾਰਾ ਅੱਖਰ। ਰਾਰਾ ਅੱਖਰ ਨੂੰ ਜਦੋਂ ਅਸੀਂ ਬੋਲਦੇ ਹਾਂ ਤੇ ਜੀਭ ਦੀ ਨੋਕ ਦੰਦਾਂ ਨੂੰ ਜਲਦੀ ਜਲਦੀ 2-3 ਵਾਰ ਛੂਹ ਲੈਂਦੀ ਹੈ ਤੇ ਫਿਰ ਇਸ ਦਾ ਉਚਾਰਨ ਹੁੰਦਾ ਹੈ। ਠੀਕ ਹੈ ਜੀ। ਅੱਗੇ ਹੈ ਸਾਡੇ ਕੋਲ ਸੰਘਰਸ਼ੀ ਵਿਅੰਜਨ। ਸੰਘਰਸ਼ੀ ਵਿਅੰਜਨਾਂ ਦੇ ਵਿੱਚ ਸਾਹ ਉਚਾਰਨ ਅੰਗਾਂ ਨਾਲ ਰਗੜ ਕੇ ਲੰਘਦਾ ਹੈ ਅਤੇ ਹਵਾ ਹੌਲੀ ਹੌਲੀ ਬਾਹਰ ਨਿਕਲਦੀ ਹੈ। ਭਾਵ ਇਹਨਾਂ ਦੇ ਉਚਾਰਨ ਸਮੇਂ ਸਾਹ ਨੂੰ ਥੋੜਾ ਸੰਘਰਸ਼ ਕਰਨਾ ਪੈਂਦਾ ਹੈ ਬਾਹਰ ਨਿਕਲਣ ਦੇ ਲਈ, ਇਸ ਲਈ ਇਹਨਾਂ ਨੂੰ ਸੰਘਰਸ਼ੀ ਵਿਅੰਜਨ ਕਹਿ ਦਿੱਤਾ ਗਿਆ ਹੈ। ਸਾਡੇ ਕੋਲ ਫੱਫਾ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਸੱਸਾ, ਸੱਸੇ ਪੈਰ ਬਿੰਦੀ, ਘੱਗਾ, ਗੱਗੇ ਪੈਰ ਬਿੰਦੀ ਅਤੇ ਸ਼ੀਸ਼ਾ ਅੱਖਰ ਸੰਘਰਸ਼ੀ ਵਿਅੰਜਨ ਹਨ। ਉਸ ਤੋਂ ਅੱਗੇ ਹੈ ਸਾਡੇ ਕੋਲ ਲਟਕਵਾਂ ਵਿਅੰਜਨ। ਲਟਕਵੇਂ ਵਿਅੰਜਨ ਦੇ ਉਚਾਰਨ ਸਮੇਂ ਜੀਭ ਤਾਲੂ ਨੂੰ ਛੋਹ ਕੇ ਝਟਕੇ ਨਾਲ ਹੇਠਾਂ ਵੱਜਦੀ ਹੈ। ਕਿਹੜਾ ਅੱਖਰ ਹੈ ਸਾਡੇ ਕੋਲ? ਤਾਂ ਰਾੜਾ ਅੱਖਰ ਦੇ ਉਚਾਰਨ ਸਮੇਂ ਜੀਭ ਪਹਿਲਾਂ ਤਾਲੂ ਨੂੰ ਛੂੰਹਦੀ ਹੈ ਤੇ ਫਿਰ ਝਟਕੇ ਨਾਲ ਹੇਠਾਂ ਵੱਜਦੀ ਹੈ। ਤੁਸੀਂ ਆਪ ਵੀ ਇਸ ਦਾ ਉਚਾਰਨ ਕਰਕੇ ਦੇਖ ਸਕਦੇ ਹੋ। ਆਖਰੀ ਹੈ ਸਾਡੇ ਕੋਲ ਅਰਧ ਸਵਰ ਵਿਅੰਜਨ। ਨਾਮ ਤੋਂ ਹੀ ਪਤਾ ਲੱਗਦਾ ਹੈ ਜਿਹੜੇ ਅੱਧੇ ਕੁ ਸਵਰ ਹਨ, ਅੱਧੇ ਕੁ ਸਵਰਾਂ ਵਾਂਗ ਕੰਮ ਕਰਦੇ ਹਨ, ਉਹ ਕੀ ਹਨ ਸਾਡੇ ਕੋਲ? ਅਰਧ ਸਵਰ ਵਿਅੰਜਨ। ਯਈਆ ਅਤੇ ਵੱਵਾ ਅੱਖਰ ਸਾਡੇ ਕੋਲ ਅਰਧ ਸਵਰ ਵਿਅੰਜਨ ਹਨ। ਜਿਵੇਂ ਇੱਥੇ ਸਾਡੇ ਕੋਲ ਉਦਾਹਰਨ ਦਿੱਤੀ ਗਈ ਹੈ ਸ਼ਬਦ ਸਵਾਮੀ। ਠੀਕ ਹੈ। ਇਸ ਦੇ ਵਿੱਚ ਕੀ ਹੈ? ਐੜਾ ਸ਼ਬਦ ਦੀ ਜਗ੍ਹਾ ਵੱਵਾ ਦੀ ਵੀ ਵਰਤੋਂ ਕੀਤੀ ਗਈ ਹੈ। ਸਵਾਮੀ ਅਤੇ ਸਵਾਮੀ
ਵੱਵਾ ਅੱਖਰ ਇੱਥੇ ਅੱਧ ਸਵਰ ਵਾਂਗ ਕੰਮ ਕਰ ਰਿਹਾ ਹੈ। ਸੋ ਇਹ ਸੀ ਆਪਣੇ ਕੋਲ ਢੱਕਵੇਂ ਅਤੇ ਅਢੱਕਵੇਂ ਵਿਅੰਜਨ ਜੋ ਕਿ ਖੰਡੀ ਧੁਨੀਆਂ ਵਿੱਚ ਆਉਂਦੇ ਹਨ। ਇਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਅਖੰਡੀ ਧੁਨੀਆਂ। ਸੋ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਜੇ ਤੁਹਾਡੇ ਵੀਡੀਓ ਬਾਰੇ ਕੋਈ ਵਿਚਾਰ ਹਨ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਧੰਨਵਾਦ।